ਹਸਤ ਖੇਲਤ ਤੇਰੇ ਦੇਹੁਰੇ ਆਇਆ। ਅਗਲਾ ਵਿਅੰਗ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚੋਂ ਪੜ੍ਹਿਆ। ਨਿਧੜਕ ਉੱਚ ਵਿੱਦਿਆ ਪ੍ਰਾਪਤ ਭਾਈ ਬਰਮਜੀਤ ਸਿੰਘ ਗੁਰਦੁਆਰੇ ਕਥਾ ਕਰਨ ਚਲਾ ਗਿਆ। ਮਰਗਤ ਦੇ ਭੋਗ ਤੋਂ ਬਾਅਦ ਉਸਨੇ ਕਥਾ ਕਰਨੀ ਸੀ। ਰਿਸ਼ਤੇਦਾਰ ਸ਼ਰੀਕਾ ਕਬੀਲਾ ਮਿਲਾ ਕੇ ਇਕੱਠ ਬਹੁਤ ਹੋਇਆ ਸੀ। ਪਹਿਲਾਂ ਉੱਥੇ ਕੀਰਤਨ ਹੋਇਆ, ਫਿਰ ਕਥਾ ਦੀ ਆਰੰਭਤਾ ਹੋਈ। ਭਾਈ ਨੇ ਇਸ ਸ਼ਬਦ ਦੀ ਕਥਾ ਕੀਤੀ। ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਪਛਾਣਿਆ। ਰਹਾਉ ਮਰਨੋ ਮਰਨ ਕਹੈ ਸਭ ਕੋਈ, ਸਹਿਜ ਮਰੈ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਬਰਮਜੀਤ ਸਿੰਘ ਨੇ ਇਸ ਸ਼ਬਦ ਦੀ ਅੱਧਾ ਘੰਟਾ ਕਥਾ ਕੀਤੀ। ਆਪਣੀ ਵੱਲੋਂ ਗੁਰਬਾਣੀ ਦੇ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਜੀਵਨ ਕਿਹੋ ਜਿਹਾ ਹੋਵੇ, ਅਗਰ ਮੌਤ ਆਵੇ ਤਾਂ ਕਿਵੇਂ ਅਡੋਲ ਰਹਿਣਾ ਹੈ। ਸਿੱਖ ਇਤਿਹਾਸ ਵਿੱਚੋਂ ਵੀ ਉਸਨੇ ਬਿਰਤਾਂਤ ਸੁਣਾਏ। ਪੂਰੀ ਕੋਸ਼ਿਸ਼ ਕੀਤੀ ਕਿ ਸਰੋਤਿਆਂ ਨੂੰ ਗੁਰਬਾਣੀ ਦੇ ਵਡਮੁੱਲੇ ਉਪਦੇਸ਼ ਦੀ ਸਮਝ ਆ ਸਕੇ। ਜਨਮ ਤੋਂ ਲੈ ਕੇ ਮਰਨ ਤੱਕ ਹਰ ਸਿੱਖ ਦਾ ਜੀਵਨ ਗੁਰਬਾਣੀ ਤੋਂ ਸੇਧ ਲੈ ਕੇ ਬਤੀਤ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਨੇੜੇ ਪੱਕੀ ਉਮਰ ਵਾਲੇ ਮਾਈ ਭਾਈ ਬੈਠੇ ਹੋਏ ਸਨ। ਮਰਗਤ ਵਾਲੇ ਸਮਾਗਮ ਵਿੱਚ ਪਹਿਲੀ ਗੱਲ ਤਾਂ ਨੌਜਵਾਨ ਆਉਂਦੇ ਹੀ ਨਹੀਂ। ਜੇ ਕਿਤੇ ਮਜਬੂਰੀ ਬਸ ਆਉਣਾ ਪੈ ਜਾਵੇ ਤਾਂ ਉਹਨਾਂ ਦੀ ਰੁਚੀ ਨਾ ਕੀਰਤਨ ਵਿੱਚ ਨਾ ਕਥਾ ਵਿੱਚ ਹੁੰਦੀ ਹੈ। ਕਈ ਨੌਜਵਾਨ ਤਾਂ ਗੱਡੀ ਵਿੱਚ ਬਿਠਾ ਕੇ ਬਜ਼ੁਰਗਾਂ ਅਤੇ ਬੀਬੀਆਂ ਨੂੰ ਛੱਡਣ ਵਾਸਤੇ ਆਉਂਦੇ ਹਨ। ਖੁਦ ਉਹਨਾਂ ਦਾ ਮਰਗਤ ਦੇ ਭੋਗ 'ਤੇ ਆਉਣ ਦਾ ਕੋਈ ਇਰਾਦਾ ਨਹੀਂ ਹੁੰਦਾ। ਇਸ ਸਮਾਗਮ ਵਿੱਚ ਵੀ 10-12 ਨੌਜਵਾਨ ਗੁਰਦੁਆਰੇ ਦੇ ਅੰਦਰ ਪਿੱਛੇ ਕੰਧ ਨਾਲ ਲੱਗੇ ਬੈਠੇ ਹੋਏ ਸਨ। ਕਥਾ ਜਾਂ ਕੀਰਤਨ ਸੁਣਨ ਦੀ ਥਾਵੇਂ ਆਪਸ ਵਿੱਚ ਹੀ ਉਹ ਗੱਪ-ਸ਼ੱਪ ਕਰ ਰਹੇ ਸਨ। ਅਸੂਲ ਤਾਂ ਇਹ ਹੈ ਕਿ ਅਗਰ ਕੋਈ ਗੱਲਬਾਤ ਕਰਨੀ ਹੈ ਤਾਂ ਬਾਹਰ ਜਾ ਕੇ ਗੱਲਬਾਤ ਕਰ ਲਵੋ। ਕਥਾਵਾਚਕ ਬਰਮਜੀਤ ਸਿੰਘ ਨੇ ਕਥਾ ਦਾ ਰੁਖ ਇਹਨਾਂ ਗੱਭਰੂਆਂ ਵੱਲ ਹੀ ਮੋੜ ਲਿਆ। ਉਹਨਾਂ ਨੂੰ ਚੰਗਾ ਇਨਸਾਨ ਬਣਨ ਦਾ, ਚੰਗਾ ਸਿੱਖ ਬਣਨ ਦਾ, ਸੰਗਤ ਵਿੱਚ ਬੈਠਣ ਦਾ ਵਾਹਵਾ ਪਾਠ ਪੜ੍ਹਾਇਆ। ਕੁਝ ਕਠੋਰ ਲਹਿਜੇ ਵਿੱਚ ਉਹਨਾਂ ਨੂੰ ਪੜ੍ਹੇ ਲਿਖੇ ਮੂਰਖ ਤੱਕ ਵੀ ਬਰਮਜੀਤ ਸਿੰਘ ਨੇ ਕਹਿ ਦਿੱਤਾ। ਦੀਵਾਨ ਦੀ ਸਮਾਪਤੀ ਹੋ ਗਈ। ਭਾਈ ਬਰਮਜੀਤ ਸਿੰਘ ਗੁਰਦੁਆਰੇ ਵਿੱਚੋਂ ਬਾਹਰ ਜਾਣ ਲਈ ਮੇਨ ਗੇਟ ਵੱਲ ਵਧਿਆ ਤਾਂ ਉਹਨਾਂ ਗੁੱਸੇ ਵਿੱਚ ਭਰੇ ਨੌਜਵਾਨਾਂ ਨੇ ਰਾਹ ਰੋਕ ਕੇ ਖੜਾ ਲਿਆ ਆਪਣੇ ਕੋਲੇ। ਆਖਣ ਲੱਗੇ, ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੈ। ਤੁਸੀਂ ਚੰਗੇ ਕਥਾਵਾਚਕ ਹੋ, ਅਜਿਹੇ ਕਠੋਰ ਬੋਲ ਬੋਲਣ ਦੀ ਤੁਸੀਂ ਹਿੰਮਤ ਕਿਵੇਂ ਕੀਤੀ? ਬਰਮਜੀਤ ਸਿੰਘ ਉਹਨਾਂ ਨੂੰ ਪੁਚਕਾਰ ਕੇ ਗੁਰਦੁਆਰੇ ਦੇ ਅੰਦਰ ਲੈ ਗਿਆ। ਸਾਰਿਆਂ ਨੂੰ ਸਾਹਮਣੇ ਬਿਠਾ ਕੇ ਆਖਣ ਲੱਗਿਆ, ਤੁਹਾਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਸੰਗਤ ਵਿੱਚ ਚੁੱਪ ਰੱਖਣ ਦੀ ਲੋੜ ਹੈ, ਖਾਮੋਸ਼ ਹੋ ਕੇ ਬੈਠਣ ਦੀ ਜ਼ਰੂਰਤ ਹੈ। ਤੁਸੀਂ ਨੈਤਿਕਤਾ ਦੇ ਕਿਸੇ ਅਸੂਲ ਦੀ ਗੁਰਦੁਆਰੇ ਵਿੱਚ ਅੱਜ ਪਾਲਣਾ ਨਹੀਂ ਕੀਤੀ। ਨੌਜਵਾਨ ਬੋਲਿਆ, ਗੁੱਸੇ ਵਿੱਚ ਭਰਿਆ ਭੀਤਾ, ਅਸੀਂ ਜਾਣਦੇ ਹਾਂ ਅਨਪੜ੍ਹ ਬੰਦੇ ਪਾਠੀ, ਕੀਰਤਨੀਏ ਅਤੇ ਕਥਾਵਾਚਕ ਬਣ ਕੇ ਰੁਜ਼ਗਾਰ 'ਤੇ ਲੱਗੇ ਹੁੰਦੇ ਹਨ। ਇਹ ਸਾਨੂੰ ਕੀ ਮੱਤ ਦੇਣਗੇ? ਇਹਨਾਂ ਨੇ ਤਾਂ ਖੁਦ ਕਦੀ ਸਕੂਲ ਕਾਲਜ ਦਾ ਦਰਵਾਜ਼ਾ ਨਹੀਂ ਖੋਲ੍ਹ ਕੇ ਵੇਖਿਆ। ਬਰਮਜੀਤ ਸਿੰਘ ਬੋਲਿਆ, ਪਹਿਲੀ ਗੱਲ ਤਾਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਮੈਂ MA ਕਰਨ ਤੋਂ ਬਾਅਦ PhD ਵੀ ਕਰ ਰਿਹਾ ਹਾਂ। ਅਗਲੀ ਗੱਲ, ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚੋਂ 2 ਸਾਲ ਧਰਮ ਵਿੱਦਿਆ ਪੜ੍ਹਨ ਦਾ ਕੋਰਸ ਕਰ ਚੁੱਕਿਆ ਹਾਂ। ਕਈ ਸਾਲ ਤੋਂ ਸਟੇਜ ਤੋਂ ਸੰਗਤਾਂ ਨੂੰ ਕਥਾ ਸੁਣਾਉਂਦਾ ਆ ਰਿਹਾ ਹਾਂ। ਤੁਸੀਂ ਮੈਨੂੰ ਅਨਪੜ੍ਹ ਕਹਿ ਰਹੇ ਹੋ। ਤੁਹਾਡੇ ਵਿੱਚੋਂ ਮੇਰੇ ਜਿੰਨਾ ਸ਼ਾਇਦ ਕੋਈ ਵੀ ਨਾ ਪੜ੍ਹਿਆ ਹੋਵੇ। ਅਗਲੀ ਗੱਲ, ਮੰਨ ਲੈਂਦੇ ਹਾਂ ਕਿ ਬਹੁਤ ਸਾਰੇ ਭਾਈ ਗ੍ਰੰਥੀ ਅਨਪੜ੍ਹ ਜਾਂ ਘੱਟ ਪੜ੍ਹੇ ਹੋਏ ਹੋਣਗੇ। ਕਦੀ ਸੋਚਿਆ ਹੈ ਕਿ ਉਹ ਘੱਟ ਪੜ੍ਹੇ ਹੋਏ ਵੀ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਕੁਝ ਤਾਂ ਕਮਾਈ ਕਰਦੇ ਨੇ? ਵੱਡੇ ਗੁਰਦੁਆਰਿਆਂ ਦੇ ਗ੍ਰੰਥੀ ਅਤੇ ਕੀਰਤਨੀਏ ਚੰਗੀ ਮੋਟੀ ਤਨਖਾਹ ਲੈਂਦੇ ਨੇ। ਬਹੁਤ ਸਾਰੇ ਕਥਾਵਾਚਕ ਅਤੇ ਕੀਰਤਨੀ ਜਥੇ ਵਿਦੇਸ਼ਾਂ ਵਿੱਚ ਵੀ ਘੁੰਮ ਰਹੇ ਹਨ।
ਨਾਲੇ ਚੰਗੇ ਡਾਲਰ ਤੇ ਪਾਉਂਡ ਕਮਾ ਕੇ ਲਿਆਉਂਦੇ ਨੇ। ਸਿਰਫ ਜਹਾਜ਼ਾਂ ਦੀ ਟਿਕਟ ਦੇ ਪੈਸੇ ਖਰਚਦੇ ਹਨ, ਹੋਰ ਕੋਈ ਉਹਨਾਂ ਦਾ ਖਰਚਾ ਨਹੀਂ ਹੁੰਦਾ। ਗੁਰਦੁਆਰਾ ਕਮੇਟੀਆਂ ਖਰਚਦੀਆਂ ਨੇ। ਤੁਹਾਡੇ ਵਰਗੇ ਬਹੁਤੇ ਪੜ੍ਹਿਆਂ ਨੇ ਬਾਹਰ ਜਾਣਾ ਹੋਵੇ ਤਾਂ 20-20 ਲੱਖ ਰੁਪਈਆ ਉੱਡ ਜਾਂਦਾ ਹੈ ਤੇ ਘਰ ਦਾ ਦਿਵਾਲਾ ਨਿਕਲ ਜਾਂਦਾ ਹੈ। ਕਈ ਵਾਰੀ ਤਾਂ ਟਰੈਵਲ ਏਜੰਟ ਠੱਗੀਆਂ ਮਾਰ ਜਾਂਦੇ ਹਨ। ਬਹੁਤ ਸਾਰੇ ਅਜਿਹੇ ਨੌਜਵਾਨ ਪੈਸੇ ਬਰਬਾਦ ਕਰਕੇ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਹੱਥੀਂ ਕੰਮ ਕਰਨ ਨੂੰ ਤੁਸੀਂ ਤਿਆਰ ਨਹੀਂ। ਵਿਹਲੇ ਰਹਿ ਕੇ ਕਿੰਨਾ ਕੁ ਸਮਾਂ ਲੰਘਾ ਸਕੋਗੇ? ਫਿਰ ਮਾਯੂਸੀ ਵਿੱਚ ਨਸ਼ਿਆਂ ਦੀ ਵਰਤੋਂ ਕਰੋਗੇ, ਘਰ ਉਜਾੜੋਗੇ, ਜ਼ਿੰਦਗੀ ਬਰਬਾਦ ਕਰਵਾਓਗੇ। ਇਹੀ ਹੈ ਨਾ ਤੁਹਾਡਾ ਭਵਿੱਖ। ਅਸੀਂ ਅਨਪੜ੍ਹ ਭਾਈ ਕੁਝ ਤਾਂ ਕਰਦੇ ਹਾਂ, ਤੁਸੀਂ ਕੁਝ ਵੀ ਕਰਨ ਨੂੰ ਤਿਆਰ ਨਹੀਂ। ਹਾਂ, ਲੜਾਈ ਕਰਨ ਨੂੰ ਤਿਆਰ ਹੋ ਜਾਂ ਨਸ਼ੇੜੀ ਬਣਨ ਲਈ ਤਿਆਰ ਹੋ। ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਪਾਠੀ, ਕੀਰਤਨੀਏ ਜਾਂ ਕਥਾਵਾਚਕ ਹੀ ਬਣ ਜਾਓ। ਨਾਲੇ ਲੋਕਾਂ ਦਾ ਇਹ ਗਿਲਾ ਖਤਮ ਹੋ ਜਾਵੇਗਾ ਕਿ ਸਿੱਖਾਂ ਦੇ ਪ੍ਰਚਾਰਕ ਅਨਪੜ੍ਹ ਹੁੰਦੇ ਹਨ। ਤੁਸੀਂ ਆਓ ਇਸ ਖੇਤਰ ਵਿੱਚ ਪੜ੍ਹੇ ਲਿਖੇ ਨੌਜਵਾਨ। ਆਲੇ ਦੁਆਲੇ ਬੈਠੇ ਸਿਆਣੀ ਉਮਰ ਵਾਲੇ ਮਾਈ ਭਾਈ ਵੀ ਇਸ ਵਾਰਤਾਲਾਪ ਨੂੰ ਧਿਆਨ ਨਾਲ ਸੁਣ ਰਹੇ ਸਨ। ਇਸ ਵਿਅੰਗਮਈ ਸਿੱਖਿਆ ਤੋਂ ਸਾਰੇ ਬਹੁਤ ਪ੍ਰਭਾਵਿਤ ਹੋਏ। ਬਜ਼ੁਰਗਾਂ ਨੇ ਭਾਈ ਬਰਮਜੀਤ ਸਿੰਘ ਨੂੰ ਅਤਿਅੰਤ ਪਿਆਰ ਦਿੱਤਾ। ਆਪਣੇ ਪੁੱਤਰਾਂ ਨੂੰ ਵੀ ਨਹੋਰਾ ਦਿੰਦਿਆਂ ਕਿਹਾ ਕਿ ਕਾਸ਼ ਤੁਸੀਂ ਇਸ ਤਰ੍ਹਾਂ ਦੇ ਪੁੱਤਰ ਬਣ ਜਾਂਦੇ। ਸਾਰਿਆਂ ਦੀ ਨੀਵੀਂ ਪੈ ਗਈ। ਸਾਰੇ ਨੌਜਵਾਨ ਧਰਤੀ ਵਿੱਚ ਖੁੱਭੇ ਹੋਏ ਮਹਿਸੂਸ ਕਰਨ ਲੱਗੇ। ਬਹੁਤ ਨਿੰਮੋ ਝੋਣ ਅਵਸਥਾ ਵਿੱਚ ਪੈਰ ਘਸੀਟਦੇ, ਮਾਫੀਆਂ ਮੰਗਦੇ ਆਪੋ ਆਪਣੀਆਂ ਗੱਡੀਆਂ ਵੱਲ ਚੱਲ ਪਏ ਤੇ ਮੁੜ ਕੇ ਕਿਸੇ ਵਿੱਚ ਗੱਲ ਕਰਨ ਦੀ ਵੀ ਹਿੰਮਤ ਨਾ ਪਈ। ਵਾਹ ਭਾਈ ਬਰਮਜੀਤ ਸਿੰਘ, ਬਲਿਹਾਰ ਜਾਵਾਂ ਇੰਨੀ ਹਾਜ਼ਰ ਜਵਾਬੀ ਤੋਂ। ਮੈਂ ਚਾਹੁੰਦਾ ਹਾਂ ਜੇ ਕਥਾਵਾਚਕ ਹੀ ਬਣਨਾ ਹੈ, ਪ੍ਰਚਾਰਕ ਹੀ ਬਣਨਾ ਹੈ ਤਾਂ ਅੰਦਰ ਸਿਆਣਪ ਅਤੇ ਸਮੇਂ 'ਤੇ ਕਹਿਣ ਦੀ ਦਲੇਰੀ ਵੀ ਜ਼ਰੂਰ ਚਾਹੀਦੀ ਹੈ। ਆਖੋ ਸਤਨਾਮ।